ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਸਲਾਮ, ਆਦਾਬ। ਸੋ ਦੋਸਤੋ, ਅਸੀਂ ਸੁਣ ਰਹੇ ਹਾਂ ਮੇਰੇ ਲਿਖੇ ਪੰਜਾਬੀ ਨਾਵਲ ਨੂੰ ਐਨਾ ਨਾ ਰਵਾਇਆ ਕਰ। ਸੋ ਮੇਰੇ ਐਨਾ ਨਾ ਰਵਾਇਆ ਕਰ ਨਾਵਲ ਦੇ ਵਿੱਚ ਲਾਲੀ ਦੇ ਜੀਵਨ ਦੀ ਗਾਥਾ ਚੱਲ ਰਹੀ ਹੈ। ਸੋ ਪਿਛਲੇ 25ਵੇਂ ਭਾਗ ਦੇ ਵਿੱਚ ਅਸੀਂ ਸੁਣਿਆ ਸੀ ਕਿ ਲਾਲੀ ਇੱਕ ਦਿਨ ਰਤਨੀ ਦੇ ਘਰ ਗਈ ਸੀ ਤੇ ਲਾਲੀ ਰਤਨੀ ਦੀ ਸੁੰਦਰਤਾ ਨੂੰ ਦੇਖ ਕੇ ਇੱਕ ਵਾਰ ਤਾਂ ਹੱਕੀ ਬੱਕੀ ਜੀ ਰਹਿ ਗਈ ਸੀ। ਸੋ ਉਸ ਤੋਂ ਅੱਗੇ ਆਪਾਂ ਅੱਜ 26ਵੇਂ ਭਾਗ ਦੇ ਵਿੱਚ ਮੇਰੇ ਲਿਖੇ ਪੰਜਾਬੀ ਨਾਵਲ ਐਨਾ ਨਾ ਰਵਾਇਆ ਕਰ ਦਾ ਅਗਲਾ ਹਿੱਸਾ ਸੁਣਦੇ ਹਾਂ। ਸੋ ਦੋਸਤੋ, ਇੱਕ ਵਾਰ ਲਾਲੀ ਦੇ ਗੁਆਂਢ ਵਿੱਚ ਕਿਸੇ ਦੇ ਘਰ ਅਖੰਡ ਪਾਠ ਚੱਲਦਾ ਸੀ ਤਾਂ ਉਸਦੇ ਕੰਨੀ ਬਾਬੇ ਦੀ ਬਾਣੀ ਦਾ ਇਹ ਵਾਕ ਪਿਆ ਕਿ ਸਭ ਸੁਹਾਗਣ ਮੈਂ ਦੁਹਾਗਣ ਕਾਈ ਰਾਤ ਜੀਓ। ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜੀਓ। ਬਾਬੇ ਦੀ ਬਾਣੀ ਦਾ ਇਹ ਬੋਲ ਲਾਲੀ ਦੇ ਦਿਲ ਨੂੰ ਚੀਰ ਜਾ ਗਿਆ ਸੀ। ਇਹਨਾਂ ਬੋਲਾਂ ਨੂੰ ਲਾਲੀ ਨੇ ਆਪਣੇ ਮਨ ਵਿੱਚ ਵਸਾ ਲਿਆ ਸੀ। ਗੁਰਬਾਣੀ ਦਾ ਹਰ ਬੋਲ ਲਾਲੀ ਦੀ ਜ਼ੁਬਾਨ ਉੱਤੇ ਚੜ ਜਾਂਦਾ ਸੀ। ਗੁਰਬਾਣੀ ਦਾ ਹਰ ਬੋਲ ਲਾਲੀ ਦੀ ਜ਼ੁਬਾਨ ਉੱਤੇ ਚੜ ਜਾਂਦਾ ਸੀ। ਲਾਲੀ ਦਾ ਗੁਰਬਾਣੀ ਨਾਲ ਬਚਪਨ ਤੋਂ ਹੀ ਪਿਆਰ ਪੈ ਗਿਆ ਸੀ। ਜਦੋਂ ਉਹ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੀ ਸੀ, ਜਦੋਂ ਮਨਿੰਦਰ ਨੇ ਉਹਦੇ ਢਿੱਡ ਵਿੱਚ ਮੁੱਕੀ ਮਾਰੀ ਸੀ, ਜਦੋਂ ਉਹ ਮਨਿੰਦਰ ਦੇ ਪਿਆਰ ਵਿੱਚ ਕਲਪਦੀ ਰਹਿੰਦੀ ਸੀ ਅਤੇ ਉਹ ਉਸ ਵੱਲ ਅੱਖ ਭਰ ਕੇ ਵੀ ਨਹੀਂ ਵੇਖਦਾ ਸੀ, ਜਦੋਂ ਉਸਨੇ ਰਾਗੀ ਗੁਰਮੇਲ ਸਿੰਘ ਕੋਲੋਂ ਇਹ ਸ਼ਬਦ ਸੁਣਿਆ ਸੀ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹੇ ਜਾਲੀ। ਅਤੇ ਜਦੋਂ ਰਾਗੀ ਗੁਰਮੇਲ ਸਿੰਘ ਕੋਲੋਂ ਇਸ ਪੰਗਤੀ ਦੇ ਅਰਥ ਲਾਲੀ ਨੇ ਸੁਣੇ ਸਨ ਕਿ ਬਾਬੇ ਫਰੀਦ ਨੇ ਕੋਇਲ ਕੋਲੋਂ ਪੁੱਛਿਆ ਕਿ ਇਹ ਕੋਇਲ ਤੂੰ ਕਾਲੀ ਕਿਉਂ ਹੋ ਗਈ ਹੈ, ਤਾਂ ਕੋਇਲ ਨੇ ਆਖਿਆ ਕਿ ਮੈਂ ਆਪਣੇ ਪਿਆਰੇ ਦੇ ਵਿਛੋੜੇ ਵਿੱਚ ਸੜ ਬਲ ਕੇ ਕਾਲੀ ਹੋ ਗਈ ਹਾਂ। ਤਾਂ ਇਹ ਬੋਲ ਲਾਲੀ ਦੇ ਮਨ ਵਿੱਚ ਧਸ ਗਏ ਸਨ ਅਤੇ ਉਸ ਦਿਨ ਤੋਂ ਉਹ ਮਨਿੰਦਰ ਦੀ ਯਾਦ ਵਿੱਚ ਆਪਣਾ ਦਰਦ ਭੁੱਲ ਗਈ ਸੀ। ਪਰ ਲੱਗਦਾ ਸੀ ਕਿ ਅੱਜ ਵੀ ਉਹ ਦਿਨ ਲਾਲੀ ਦੀ ਜ਼ਿੰਦਗੀ ਵਿੱਚ ਜਿਉਂ ਦੇ ਤਿਉਂ ਹੀ ਪਏ ਸਨ। ਲਾਲੀ ਇਹ ਸੋਚ ਕੇ ਪਾਗਲ ਜੀ ਹੁੰਦੀ ਜਾਂਦੀ ਸੀ ਕਿ ਮੇਰੇ ਪਿਆਰੇ ਦੀ ਤਪੱਸਿਆ ਵਿੱਚ ਕਿਹੜੀ ਐਸੀ ਕਮੀ ਰਹਿ ਗਈ ਹੈ ਕਿ ਜੋ ਮੈਂ ਆਪਣੇ ਪਿਆਰੇ ਦਾ ਪਿਆਰ ਰੱਜ ਕੇ ਨਾ ਮਾਣ ਸਕੀ। ਉਹ ਆਪਣੇ ਮੰਮੀ ਪਾਪਾ ਨਾਲ ਫੋਨ ਉੱਤੇ ਗੱਲ ਤਾਂ ਕਰਦੀ ਹੀ ਰਹਿੰਦੀ ਸੀ, ਪਰ ਕਦੇ ਵੀ ਉਹਨਾਂ ਕੋਲੇ ਆਪਣੇ ਦੁੱਖ ਦਾ ਭੋਗ ਨਹੀਂ ਪਾਇਆ ਸੀ। ਅਤੇ ਇੱਥੇ ਭਾਗੂ ਵਾਲੇ ਘਰ ਵਿੱਚ ਵੀ ਸਭ ਠੀਕ ਠਾਕ ਚੱਲਦਾ ਸੀ। ਘਰ ਵਿੱਚ ਕਿਸੇ ਵੀ ਗੱਲ ਦੀ ਭਿਣਕ ਨਹੀਂ ਨਿਕਲੀ ਸੀ। ਉਹ ਇਸ ਕਰਕੇ ਕਿ ਲਾਲੀ ਦੇ ਸੌਣ ਵਾਲਾ ਕਮਰਾ ਇੱਕ ਪਾਸੇ ਸੀ ਤੇ ਉਸਦੀ ਸੱਸ ਆਪਣੇ ਕੰਮ ਵਿੱਚ ਹਰ ਵੇਲੇ ਰੁੱਝੀ ਰਹਿੰਦੀ ਸੀ। ਉਹ ਉਹਨਾਂ ਦੇ ਉੱਠਣ ਬੈਠਣ ਵਿੱਚ ਜ਼ਿਆਦਾ ਦਖਲਅੰਦਾਜ਼ੀ ਨਹੀਂ ਕਰਦੀ ਸੀ। ਕਦੇ ਕਦੇ ਉਹ ਲਾਲੀ ਕੋਲ ਆ ਕੇ ਬੈਠ ਜਾਂਦੀ ਸੀ ਤਾਂ ਓਨੇ ਕੁ ਟਾਈਮ ਲਾਲੀ ਆਪਣੇ ਆਪ ਨੂੰ ਸੰਭਾਲ ਲੈਂਦੀ ਸੀ ਅਤੇ ਖੁਸ਼ ਰਹਿ ਕੇ ਦਿਖਾ ਦਿੰਦੀ ਸੀ। ਲਾਲੀ ਆਪਣੇ ਕਮਰੇ ਵਿੱਚ ਹੀ ਆਪਣੇ ਦੁੱਖਾਂ ਦੇ ਗੁੱਡੀਆਂ ਪਟੋਲੇ ਖੇਡਦੀ ਰਹਿੰਦੀ ਸੀ। ਲਾਲੀ ਆਪਣੇ ਕਮਰੇ ਵਿੱਚ ਹੀ ਆਪਣੇ ਦੁੱਖਾਂ ਦੇ ਗੁੱਡੀਆਂ ਪਟੋਲੇ ਖੇਡਦੀ ਰਹਿੰਦੀ ਸੀ। 2 ਮਹੀਨਿਆਂ ਤੋਂ ਉੱਤੇ ਹੋ ਗਿਆ ਸੀ ਉਸਨੂੰ ਆਪਣੇ ਪਿਆਰੇ ਦੀ ਬੇਰੁਖੀ ਦਾ ਸੰਤਾਪ ਝੱਲਦੀ ਨੂੰ। ਉਹ ਸੁੱਕ ਕੇ ਅੱਧੀ ਰਹਿ ਗਈ ਸੀ। ਉਸ ਦੀਆਂ ਗੱਲਾਂ ਕਰਨ ਵਾਲੀਆਂ ਅੱਖਾਂ ਮੱਥੇ ਦੀ ਖੋਪੜੀ ਵਿੱਚ ਧੱਸਦੀਆਂ ਜਾਂਦੀਆਂ ਸਨ।
ਉਸ ਦੀਆਂ ਗੱਲਾਂ ਦੀ ਲਾਲੀ ਨੂੰ ਘੁਣ ਲੱਗ ਗਿਆ ਸੀ। ਇਹ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਹ ਸਭ ਕੁਝ ਆਪਣੀ ਚੁੰਨੀ ਦੀ ਬੁੱਕਲ ਵਿੱਚ ਲੁਕਾ ਲੈਂਦੀ ਸੀ। ਪਰ ਜਦੋਂ ਇੰਦਰਜੀਤ ਛੁੱਟੀਆਂ ਵਿੱਚ ਘਰ ਆਇਆ ਸੀ ਤਾਂ ਉਸ ਦੀਆਂ ਅੱਖਾਂ ਤੋਂ ਇਹ ਸਾਰਾ ਕੁਝ ਛੁਪ ਨਾ ਸਕਿਆ। ਇੰਦਰਜੀਤ, ਜੋ ਮਨਿੰਦਰ ਦਾ ਛੋਟਾ ਭਰਾ ਸੀ, ਛੁੱਟੀਆਂ ਵਿੱਚ ਆਇਆ ਤਾਂ ਉਸ ਦੀਆਂ ਅੱਖਾਂ ਤੋਂ ਇਹ ਸਾਰਾ ਕੁਝ ਛੁਪ ਨਾ ਸਕਿਆ। ਜਦੋਂ ਲਾਲੀ ਇੰਦਰਜੀਤ ਨੂੰ ਮਿਲੀ ਸੀ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਭਾਬੀ ਜੀ ਦੀ ਗਲਵੱਕੜੀ ਵਿੱਚ ਉਹ ਨਿੱਘ ਅਤੇ ਪਿਆਰ ਨਹੀਂ ਜੋ ਉਸ ਨੂੰ ਪਹਿਲੀ ਵਾਰ ਮਿਲਿਆ ਸੀ। ਇਸ ਗਲਵੱਕੜੀ ਵਿੱਚ ਉਹ ਖਿੱਚ ਵੀ ਨਹੀਂ ਜੋ ਉਸ ਨੂੰ ਕਾਲਜ ਜਾਣ ਲੱਗਿਆਂ ਮਿਲੀ ਸੀ। ਉਸ ਨੇ ਲੀੜੇ ਲੱਤੇ ਬਦਲਣ ਤੋਂ ਵਿਹਲੇ ਜੇ ਹੋ ਕੇ ਲਾਲੀ ਦੇ ਕਮਰੇ ਵਿੱਚ ਜਾ ਕੇ ਪੁੱਛਿਆ, ਭਾਬੀ ਜੀ ਕੀ ਗੱਲ ਹੈ, ਤੁਸੀਂ ਬੜੇ ਉਦਾਸ ਜੇ ਦਿਖਾਈ ਦੇ ਰਹੇ ਹੋ, ਕੋਈ ਗੱਲ ਹੈ? ਤੁਹਾਡਾ ਸਰੀਰ ਵੀ ਪਹਿਲਾਂ ਨਾਲੋਂ ਕਮਜ਼ੋਰ ਦਿਖਾਈ ਦਿੰਦਾ ਹੈ। ਲਾਲੀ ਨੇ ਕਿਹਾ, ਕੋਈ ਗੱਲ ਨਹੀਂ ਇੰਦਰਜੀਤ, ਬਸ ਐਵੇਂ ਅੱਜ ਚਿੱਤ ਠੀਕ ਨਹੀਂ। ਅੱਗੋਂ ਉਸਨੇ ਕਿਹਾ, ਭਾਬੀ ਜੀ ਕੋਈ ਗੱਲ ਤਾਂ ਹੋਣੀ ਹੈ, ਤੁਸੀਂ ਪਹਿਲਾਂ ਤਾਂ ਇਹੋ ਜਿਹੇ ਹੈ ਨਹੀਂ ਸੀ। ਮੰਨਿਆ ਤੁਸੀਂ ਘੱਟ ਬੋਲਦੇ ਹੋ, ਪਰ ਦੇਖਣ ਵਿੱਚ ਤਾਂ ਤੁਸੀਂ ਇਹੋ ਜਿਹੇ ਨਹੀਂ ਸੀ ਹੁੰਦੇ। ਲਾਲੀ ਨੇ ਦੂਜੇ ਪਾਸੇ ਵੱਲ ਮੂੰਹ ਕਰਕੇ ਤਸੱਲੀ ਨਾਲ ਕਿਹਾ, ਨਹੀਂ ਨਹੀਂ ਇੰਦਰਜੀਤ, ਮੈਂ ਠੀਕ ਹਾਂ, ਤੈਨੂੰ ਉਂਝ ਹੀ ਲੱਗਦਾ। ਇੰਦਰਜੀਤ ਸਮਝ ਗਿਆ ਕਿ ਕੋਈ ਗੱਲ ਤਾਂ ਜ਼ਰੂਰ ਹੈ ਜੋ ਭਾਬੀ ਜੀ ਦੱਸ ਨਹੀਂ ਰਹੇ। ਉਹ ਹੁਣ ਵੱਡਾ ਅਤੇ ਸਮਝਦਾਰ ਹੋ ਗਿਆ ਸੀ। ਉਸ ਨੂੰ ਬਠਿੰਡੇ ਦੀ ਹਵਾ ਵੀ ਲੱਗ ਗਈ ਸੀ ਅਤੇ ਹੁਣ ਉਸ ਨੂੰ ਵਾਲ ਦੀ ਖੱਲ ਲਾਉਣ ਦਾ ਵੱਲ ਆ ਗਿਆ ਸੀਗਾ। ਉਹ 2 ਦਿਨ ਦੇਖਦਾ ਰਿਹਾ, ਪਰ ਲਾਲੀ ਦੀ ਉਦਾਸੀ ਵਿੱਚ ਕੋਈ ਫਰਕ ਨਾ ਪਿਆ। ਉਸ ਨੂੰ ਘਰ ਦੇ ਵਿੱਚ ਚਹਿਲ ਪਹਿਲ ਅਤੇ ਖੁਸ਼ੀ ਮਹਿਸੂਸ ਨਹੀਂ ਹੁੰਦੀ ਸੀ। ਉਸ ਨੂੰ ਲੱਗਿਆ ਕਿ ਘਰ ਵਿੱਚ ਕੋਈ ਕਮੀ ਤਾਂ ਜ਼ਰੂਰ ਹੈ। ਮੈਨੂੰ ਓਪਰਾ ਜਿਹਾ ਕਿਉਂ ਲੱਗ ਰਿਹਾ? ਉਸਨੇ ਘਰ ਵਿੱਚ ਦਿਨ ਵੇਲੇ ਦੀਆਂ ਸਾਰਿਆਂ ਦੀਆਂ ਹਰਕਤਾਂ ਨੋਟ ਕੀਤੀਆਂ। ਕੌਣ ਕੀ ਕਰਦਾ ਹੈ, ਕੌਣ ਕਦੋਂ ਅਤੇ ਕਿੱਥੇ ਜਾਂਦਾ ਹੈ। ਦਿਨ ਵੇਲੇ ਦਾ ਸਾਰਾ ਕੁਝ ਦੇਖ ਕੇ ਉਸਨੇ ਇੱਕ ਗੱਲ ਨੋਟ ਕੀਤੀ ਕਿ ਬਾਈ ਜੀ ਅੱਵਲ ਤਾਂ ਘਰ ਆਉਂਦੇ ਨਹੀਂ ਅਤੇ ਜੇ ਆਉਂਦੇ ਹਨ ਤਾਂ ਭਾਬੀ ਜੀ ਕੋਲ ਘੱਟ ਹੀ ਬੈਠਦੇ ਹਨ। ਉਸਨੇ ਦੇਖਿਆ ਕਿ ਭਾਬੀ ਜੀ ਇਸ ਵਾਰ ਉਸ ਨਾਲ ਵੀ ਘੱਟ ਹੀ ਬੋਲ ਰਹੇ ਹਨ। ਫਿਰ ਉਸਨੇ ਆਪਣੇ ਕਮਰੇ ਦੀ ਬਾਰੀ ਖੋਲ ਕੇ ਰਾਤ ਦੀ ਇਨਕੁਆਇਰੀ ਸ਼ੁਰੂ ਕਰ ਦਿੱਤੀ। ਮਨਿੰਦਰ ਸ਼ਾਮ ਨੂੰ ਖੇਤੋਂ ਥੋੜਾ ਦੇਰੀ ਨਾਲ ਆਇਆ ਸੀ ਤੇ ਰੋਟੀ ਪਾਣੀ ਖਾ ਕੇ ਕਮਰੇ ਵਿੱਚ ਵੜ ਗਿਆ ਸੀ। ਜਦੋਂ ਸਾਰੇ ਰਜਾਈਆਂ ਵਿੱਚ ਵੜ ਗਏ ਤਾਂ ਇੰਦਰਜੀਤ ਨੇ ਜਾ ਕੇ ਉਹਨਾਂ ਦੇ ਕਮਰੇ ਨਾਲ ਕੰਨ ਲਾ ਕੇ ਸੁਣਿਆ ਤਾਂ ਉਹਨਾਂ ਦੇ ਕਮਰੇ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਸੀ। ਹਾਲਾਂਕਿ ਠੰਡ ਕਰਕੇ ਭਾਵੇਂ ਸਾਰੇ ਬਿਸਤਰਿਆਂ ਵਿੱਚ ਵੜੇ ਸਨ, ਪਰ ਅਜੇ ਤੱਕ ਸੁੱਤਾ ਕੋਈ ਨਹੀਂ ਸੀ। ਪਰ ਉਂਝ ਹਾਲੀ ਸਾਰੇ ਜਾਗਦੇ ਹੀ ਪਏ ਸਨ ਅਤੇ ਮਨਿੰਦਰ ਤੇ ਲਾਲੀ ਵੀ ਜਾਗਦੇ ਸਨ। ਉਹ ਅੱਧੇ ਘੰਟੇ ਤੋਂ ਜ਼ਿਆਦਾ ਬਾਹਰ ਠੰਡ ਵਿੱਚ ਕੰਧ ਨਾਲ ਕੰਨ ਲਾ ਕੇ ਖੜਾ ਰਿਹਾ, ਪਰ ਅੰਦਰੋਂ ਉਹਨਾਂ ਦੇ ਇੱਕ ਵੀ ਬੋਲ ਅਤੇ ਲਫ਼ਜ਼ ਦੀ ਆਵਾਜ਼ ਨਾ ਆਈ। ਚਲੋ, ਉਸਨੂੰ ਇੱਕ ਗੱਲ ਦੀ ਸਮਝ ਤਾਂ ਆ ਗਈ ਕਿ ਗੜਬੜ ਇੱਥੇ ਹੀ ਹੈ। ਉਹ ਆਪਣੇ ਕਮਰੇ ਵਿੱਚ ਜਾ ਕੇ ਲੰਮਾ ਪੈ ਗਿਆ, ਪਰ ਠੰਡ ਹੋਣ ਦੇ ਬਾਵਜੂਦ ਵੀ ਉਸਨੇ ਕੁਝ ਸਮੇਂ ਵਾਸਤੇ ਬਾਰੀ ਖੁੱਲੀ ਰੱਖੀ। ਅਚਾਨਕ ਉਸਦੇ ਕੰਨਾਂ ਵਿੱਚ ਕੋਈ ਆਵਾਜ਼ ਪਈ ਅਤੇ ਉਹ ਬੈਠਾ ਹੋ ਕੇ ਬਾਰੀ ਵਿੱਚ ਦੀ ਬਾਹਰ ਦੇਖਣ ਲੱਗਾ। ਉਸਨੇ ਦੇਖਿਆ ਕਿ ਬਾਈ ਜੀ ਕਮਰੇ ਤੋਂ ਬਾਹਰ ਨਿਕਲੇ ਹਨ ਅਤੇ ਉਹਨਾਂ ਨੇ ਲੋਹੇ ਦੀ ਬੁੱਕਲ ਮਾਰੀ ਹੋਈ ਹੈ ਅਤੇ ਦੇਖਦਿਆਂ ਦੇਖਦਿਆਂ ਉਹ ਬਾਹਰ ਨਿਕਲ ਗਏ ਹਨ। ਇੰਦਰਜੀਤ ਬਾਰੀ ਵਿੱਚੋਂ ਦੀ ਕਿੰਨੀ ਦੇਰ ਤੱਕ ਦੇਖਦਾ ਰਿਹਾ ਕਿ ਮਨਿੰਦਰ ਵਾਪਸ ਨਾ ਆਇਆ। ਉਸਦਾ ਇੱਕ ਮਨ ਕਰੇ ਕਿ ਉਹ ਭਾਬੀ ਜੀ ਕੋਲੋਂ ਜਾ ਕੇ ਪੁੱਛੇ ਕਿ ਬਾਈ ਜੀ ਕਿੱਧਰ ਗਏ ਹਨ
ਅਤੇ ਹਾਲੇ ਤੱਕ ਆਏ ਕਿਉਂ ਨਹੀਂ। ਪਰ ਫਿਰ ਉਸਨੇ ਸੋਚਿਆ ਕਿ ਕਮਰੇ ਵਾਲੀ ਚੁੱਪ ਤੋਂ ਕੁਝ ਨਾ ਕੁਝ ਤਾਂ ਸਿੱਟਾ ਨਿਕਲੂਗਾ ਹੀ। ਕਮਰੇ ਵਾਲੀ ਚੁੱਪ ਤੋਂ ਕੁਝ ਨਾ ਕੁਝ ਤਾਂ ਸਿੱਟਾ ਨਿਕਲੂਗਾ ਹੀ। ਉਸਨੇ ਉੱਠ ਕੇ ਜਾ ਕੇ ਵੱਡਾ ਦਰਵਾਜ਼ਾ ਦੇਖਿਆ ਤਾਂ ਉਸ ਦੀ ਬਾਰੀ ਬਾਹਰੋਂ ਬੰਦ ਸੀ। ਹੁਣ ਉਸ ਦੀਆਂ ਸੋਚਾਂ ਦੇ ਘੋੜੇ ਬਹੁਤ ਤੇਜ਼ ਦੌੜਨ ਲੱਗੇ ਸਨ ਅਤੇ ਉਹ ਆਪਣੇ ਕਮਰੇ ਵਿੱਚ ਆ ਕੇ ਲੰਮਾ ਪੈ ਗਿਆ। ਪਰ ਸਾਰੀ ਰਾਤ ਉਸ ਨੂੰ ਨੀਂਦ ਨਾ ਆਈ। ਵਿੱਚ ਦੀ ਅੱਖ ਲੱਗ ਜਾਂਦੀ ਸੀ ਤਾਂ ਫਿਰ ਉਹ ਉਬੜਵਾਇਆਂ ਵਾਂਗੂ ਬਾਰੀ ਵਿੱਚ ਦੀ ਦੇਖ ਲੈਂਦਾ ਸੀ। ਉਹ 2-3 ਵਾਰੀ ਜਾ ਕੇ ਦਰਵਾਜ਼ੇ ਦੀ ਬਾਰੀ ਵੀ ਦੇਖ ਆਇਆ ਸੀ ਕਿ ਮਤਾਂ ਬਾਈ ਜੀ ਆ ਗਏ ਹੋਣ, ਪਰ ਬਾਰੀ ਹਾਲੀ ਵੀ ਬਾਹਰੋਂ ਹੀ ਬੰਦ ਪਈ ਸੀ। ਸਵੇਰੇ 5 ਵਜੇ ਮਨਿੰਦਰ ਬਾਹਰੋਂ ਆਇਆ ਅਤੇ ਚੁੱਪ ਕਰਕੇ ਕਮਰੇ ਵਿੱਚ ਵੜ ਕੇ ਸੌਂ ਗਿਆ। ਬਾਹਰਲੀ ਬਾਰੀ ਦੇ ਖੜਕੇ ਨਾਲ ਇੰਦਰਜੀਤ ਨੂੰ ਵੀ ਜਾਗ ਆ ਗਈ ਸੀ, ਜਿਸ ਖੜਕੇ ਦੀ ਵਿੜਕ ਵਿੱਚ ਉਸਨੇ ਸਾਰੀ ਰਾਤ ਲੰਘਾਈ ਸੀ। ਇੰਦਰਜੀਤ ਦਾ ਪੂਰਾ ਦਿਨ ਡੂੰਘੀਆਂ ਸੋਚਾਂ ਵਿੱਚ ਲੰਘ ਗਿਆ ਅਤੇ ਉਹ 2-3 ਵਾਰੀ ਲਾਲੀ ਦੇ ਕਮਰੇ ਵਿੱਚ ਵੀ ਜਾ ਆਇਆ ਸੀ, ਪਰ ਉਹ ਲਾਲੀ ਨਾਲ ਬੋਲਿਆ ਨਹੀਂ ਸੀ, ਬਸ ਦੇਖ ਕੇ ਮੁੜ ਆਇਆ ਸੀ। ਉਹ ਸੋਚਦਾ ਸੀ ਕਿ ਇਸ ਦੁਖਿਆਰੀ ਨੂੰ ਹੁਣ ਕੀ ਬੁਲਾਉਣਾ ਹੈ, ਹੁਣ ਤਾਂ ਮੈਂ ਹੀ ਕੁਝ ਕਰਾਂਗਾ। ਦੂਜੀ ਰਾਤ ਵੀ ਇਹੀ ਤਮਾਸ਼ਾ ਹੋਇਆ ਅਤੇ ਉਹੀ 5 ਵਜੇ ਮਨਿੰਦਰ ਦਾ ਘਰ ਆਉਣਾ ਹੋਇਆ। ਇੰਦਰਜੀਤ ਦੀ ਇਹ ਰਾਤ ਵੀ ਸੂਲਾਂ ਦੀ ਸੇਜ ਵਾਂਗ ਨਿਕਲੀ। ਉਸ ਦੇ ਦਿਮਾਗ ਵਿੱਚ ਜ਼ੋਰ-ਜ਼ੋਰ ਦੀ ਚਿੰਤਾ ਅਤੇ ਦੁੱਖ ਦੇ ਹਥੌੜੇ ਵੱਜ ਰਹੇ ਸਨ। ਉਹ ਸੋਚਦਾ ਸੀ 2 ਦਿਨਾਂ ਵਿੱਚ ਜੇ ਮੇਰਾ ਇਹ ਹਾਲ ਹੈ ਤਾਂ ਉਸ ਵਿਚਾਰੀ ਗਊ ਦਾ ਕੀ ਹਾਲ ਹੋਣਾ ਹੈ। ਜਿਹਦੇ ਕੋਲੋਂ ਉਹ ਉੱਠ ਕੇ ਜਾਂਦਾ ਹੈ। ਫਿਰ ਉਹ ਸੋਚਦਾ ਕਿ ਰੱਬ ਖੈਰ ਕਰੇ, ਸ਼ਾਇਦ ਮੇਰਾ ਖਿਆਲ ਹੀ ਗਲਤ ਹੋਵੇ। ਅੱਜ ਉਸ ਦਾ ਪੂਰਾ ਦਿਨ ਸੋਚਾਂ ਸੋਚਦਿਆਂ ਲੰਘ ਗਿਆ ਅਤੇ ਪੂਰਾ ਦਿਨ ਹੀ ਉਹ ਕਮਰੇ ਵਿੱਚੋਂ ਬਾਹਰ ਨਾ ਆਇਆ। ਸ਼ਾਇਦ ਉਸ ਨੂੰ ਵੀ ਲਾਲੀ ਵਾਲੀ ਬਿਮਾਰੀ ਲੱਗ ਗਈ ਸੀ। ਅੱਜ ਰਾਤ ਨੂੰ ਉਸਨੇ ਆਖਰੀ ਫੈਸਲਾ ਲਿਆ। ਸਾਰਿਆਂ ਦੇ ਸੌਂ ਜਾਣ ਤੋਂ ਬਾਅਦ ਜਦ ਮਨਿੰਦਰ ਕਮਰੇ ਵਿੱਚੋਂ ਬਾਹਰ ਨਿਕਲਿਆ ਤਾਂ ਇੰਦਰਜੀਤ ਵੀ ਉਸ ਦਾ ਪਿੱਛਾ ਕਰਨ ਵਾਸਤੇ ਲੋਈ ਦੀ ਬੁੱਕਲ ਮਾਰ ਕੇ ਤਿਆਰ ਹੋ ਗਿਆ। ਜਿਵੇਂ ਹੀ ਮਨਿੰਦਰ ਨੇ ਬਾਹਰਲੇ ਦਰਵਾਜ਼ੇ ਦੀ ਬਾਰੀ ਬਾਹਰੋਂ ਬੰਦ ਕੀਤੀ ਤਾਂ ਇੰਦਰਜੀਤ ਘਰ ਦੀ ਪਿਛਲੀ ਕੰਧ ਛਾਲ ਮਾਰ ਕੇ ਟੱਪ ਗਿਆ ਅਤੇ ਸੜਕ ਉੱਤੇ ਆ ਕੇ ਉਸਨੇ ਮਨਿੰਦਰ ਦੀ ਪੈੜ ਦੱਬ ਲਈ। ਉਸ ਰਾਤ ਨੂੰ ਸੜਕ ਉੱਤੇ ਆ ਕੇ ਉਸਨੇ ਮਨਿੰਦਰ ਦੀ ਪੈੜ ਦੱਬ ਲਈ। ਉਸ ਨੂੰ ਰਾਤ ਦੇ ਹਨੇਰੇ ਵਿੱਚ ਥੋੜੀ ਦੂਰੀ ਉੱਤੇ ਜਾਂਦਾ ਮਨਿੰਦਰ ਸਾਫ਼-ਸਾਫ਼ ਦਿਖਾਈ ਦਿੰਦਾ ਸੀ। ਦੱਬਵੇਂ ਪੈਰਾਂ ਨਾਲ ਇੰਦਰਜੀਤ ਕਾਫੀ ਵਿੱਥ ਪਾ ਕੇ ਉਸਦੇ ਮਗਰ ਜਾ ਰਿਹਾ ਸੀ। ਬੇਧਿਆਨੀ ਵਿੱਚ ਹੀ ਇੰਦਰਜੀਤ ਦੇ ਪੈਰ ਨੂੰ ਇੱਕ ਰੋੜੇ ਦੀ ਠੋਕਰ ਲੱਗੀ, ਜਿਸ ਦਾ ਕਾਫੀ ਖੜਕਾ ਹੋਇਆ ਤਾਂ ਮਨਿੰਦਰ ਨੂੰ ਲੱਗਿਆ ਜਿਵੇਂ ਪਿੱਛੇ ਕੋਈ ਬੰਦਾ ਹੁੰਦਾ ਹੈ। ਪਰ ਉਸਨੇ ਪਿੱਛੇ ਮੁੜ ਕੇ ਦੇਖਿਆ ਤਾਂ ਪਿੱਛੇ ਕੋਈ ਕੁੱਤਾ ਬਿੱਲੀ ਵੀ ਨਹੀਂ ਸੀ ਅਤੇ ਉਹ ਫੇਰ ਆਪਣੇ ਧਿਆਨ ਵਿੱਚ ਤੁਰਨ ਲੱਗਾ। ਬਸ ਥੋੜਾ ਹੀ ਚੱਲਣਾ ਪਿਆ ਸੀ ਕਿ ਅੱਗੇ ਜਾ ਕੇ ਮਨਿੰਦਰ ਵਿਹੜੇ ਵਾਲੀ ਗਲੀ ਵਿੱਚ ਵੜ ਗਿਆ। ਗਲੀ ਵੜਦਿਆਂ ਹੀ ਉਹ ਇੱਕ ਘਰ ਵਿੱਚ ਵੜ ਗਿਆ, ਜਿਸ ਦਾ ਦਰਵਾਜ਼ਾ ਸ਼ਾਇਦ ਪਹਿਲਾਂ ਤੋਂ ਹੀ ਖੁੱਲ੍ਹਾ ਪਿਆ ਸੀ। ਇੰਦਰਜੀਤ ਨੂੰ ਉਸ ਘਰ ਤੋਂ ਪਤਾ ਲੱਗਿਆ ਕਿ ਇਹ ਘਰ ਤਾਂ ਜੰਗ ਦਾ ਹੈ। ਉਹ ਵਾਪਸ ਆ ਕੇ ਆਪਣੇ ਕਮਰੇ ਵਿੱਚ ਲੰਮਾ ਪੈ ਗਿਆ। ਠੰਡ ਨਾਲ ਉਸ ਦੀਆਂ ਲੱਤਾਂ ਸੁੰਨ ਜੀਆਂ ਹੋ ਗਈਆਂ ਸਨ, ਪਰ ਉਸ ਤੋਂ ਜ਼ਿਆਦਾ ਇਸ ਹਾਦਸੇ ਨੂੰ ਦੇਖ ਕੇ ਉਸ ਦਾ ਦਿਮਾਗ ਸੁੰਨ ਹੋ ਗਿਆ ਸੀ। ਉਹ ਬਿਸਤਰੇ ਵਿੱਚ ਵੜ ਕੇ ਨਿੱਘਾ ਤਾਂ ਹੋ ਗਿਆ ਸੀ, ਪਰ ਨੀਂਦ ਨਹੀਂ ਆ ਰਹੀ ਸੀ। ਉਹ ਸਾਰੀ ਰਾਤ ਜਾਗਦਾ ਰਿਹਾ ਅਤੇ ਸਵੇਰੇ 4 ਵਜੇ ਫੇਰ ਜਾ ਕੇ ਛੁਪ ਕੇ ਜੇ ਜੰਗ ਦੇ ਦਰਵਾਜ਼ੇ ਨੂੰ ਦੇਖਣ ਲੱਗਾ। ਸਵੇਰੇ 4 ਵਜੇ ਛੁਪ ਕੇ ਜੇ ਜਾ ਕੇ ਜੰਗ ਦੇ ਦਰਵਾਜ਼ੇ ਨੂੰ ਦੇਖਣ ਲੱਗਾ। 5 ਵਜੇ ਮਨਿੰਦਰ ਬਾਹਰ ਨਿਕਲਿਆ ਅਤੇ ਪਲੋ ਪਲੀ ਘਰ ਪਹੁੰਚ ਗਿਆ। ਅੱਧੇ ਘੰਟੇ ਬਾਅਦ ਇੰਦਰਜੀਤ ਵੀ ਕੰਧ ਉੱਤੋਂ ਦੀ ਘਰ ਆ ਵੜਿਆ।
ਉਸ ਦਾ ਇੱਕ ਜੀ ਤਾਂ ਕਰੇ ਕਿ ਸਵੇਰੇ ਉੱਠਦਿਆਂ ਹੀ ਉਹ ਮੰਮੀ ਡੈਡੀ ਨੂੰ ਦੱਸ ਦੇਵੇ ਅਤੇ ਇਸ ਕਹਾਣੀ ਦਾ ਇੱਥੇ ਹੀ ਭੋਗ ਪਾ ਦੇਵੇ। ਪਰ ਫਿਰ ਉਸਨੇ ਸੋਚਿਆ ਕਿ ਜੇ ਅੱਜ ਤੱਕ ਭਾਬੀ ਜੀ ਨੇ ਕੋਈ ਗੱਲ ਬਾਹਰ ਨਹੀਂ ਕੱਢੀ ਤਾਂ ਫਿਰ ਮੈਂ ਕਿਉਂ ਉਸ ਦੇ ਸਿਦਕ ਸਬਰ ਉੱਤੇ ਪਾਣੀ ਪਾਵਾਂ। ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ ਘਰਦਿਆਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਲੱਗਿਆ। ਹੋਰ ਤਾਂ ਹੋਰ ਪਿੰਡ ਵਿੱਚ ਵੀ ਕਿਸੇ ਨੂੰ ਇਸ ਗੱਲ ਦੀ ਸੂਝ ਤੱਕ ਨਹੀਂ ਲੱਗੀ। ਪਰ ਹੋ ਸਕਦਾ ਹੈ ਕਿ ਪਤਾ ਹੋਣ ਦੇ ਬਾਵਜੂਦ ਵੀ ਕਿਸੇ ਨੇ ਘਰੇ ਆ ਕੇ ਨਾ ਦੱਸਿਆ ਹੋਵੇ। ਪਰ ਫਿਰ ਵੀ ਇਹੋ ਜਿਹੀ ਗੱਲ ਦੇ ਤਾਂ ਪਿੰਡ ਵਿੱਚ ਭਾਂਬੜ ਮੱਚ ਜਾਂਦੇ ਹਨ। ਅਤੇ ਜੇ ਪਿੰਡ ਵਿੱਚ ਭਾਂਬੜ ਮੱਚੇ ਹੁੰਦੇ ਤਾਂ ਐਂ ਕਿਵੇਂ ਹੋ ਸਕਦਾ ਕਿ ਸਾਡੇ ਘਰ ਤੱਕ ਉਸ ਦਾ ਧੂੰਆਂ ਅਤੇ ਸੇਕ ਨਾ ਪਹੁੰਚਿਆ ਹੋਵੇ। ਫਿਰ ਤਾਂ ਇਸ ਘਰ ਦਾ ਰੱਬ ਹੀ ਰਾਖਾ ਹੈ, ਜਿਹੜੀ ਇਸ ਘਰ ਦੀ ਇੱਜ਼ਤ ਬਚਾ ਕੇ ਉਸ ਰੱਬ ਨੇ ਰੱਖੀ ਹੋਈ ਹੈ। ਉਸਨੇ ਸਵੇਰੇ ਉੱਠ ਕੇ ਆਮ ਵਾਂਗ ਹੀ ਚਾਹ ਪੀਤੀ ਅਤੇ ਕੰਮ ਦੇ ਬਹਾਨੇ ਨਾਲ ਘਰ ਦੇ ਖੂੰਜਿਆਂ ਵਿੱਚ ਇੱਧਰ ਉੱਧਰ ਹੱਥ ਮਾਰਦਾ ਰਿਹਾ। ਇੱਕ ਵਾਰ ਉਹ ਘਰੋਂ ਬਾਹਰ ਵੀ ਗੇੜਾ ਮਾਰ ਆਇਆ ਸੀ। ਜਿਵੇਂ ਹੀ ਮਨਿੰਦਰ ਜਿਪਸੀ ਲੈ ਕੇ ਖੇਤ ਨੂੰ ਨਿਕਲਿਆ ਤਾਂ ਅੱਧੇ ਕੁ ਘੰਟੇ ਬਾਅਦ ਉਸਨੇ ਦੇਖਿਆ ਕਿ ਮੰਮੀ ਵੀ ਆਪਣੇ ਕੰਮ ਵਿੱਚ ਮਸ਼ਰੂਫ ਹੋ ਗਈ ਹੈ ਅਤੇ ਕੰਮ ਵਾਲੀਆਂ ਰੋਟੀ ਟੁੱਕ ਅਤੇ ਸਫਾਈਆਂ ਦੇ ਆਰ ਵਿੱਚ ਲੱਗੀਆਂ ਹੋਈਆਂ ਹਨ। ਜਦੋਂ ਹੀ ਸਫਾਈ ਵਾਲੀ ਲਾਲੀ ਦੇ ਕਮਰੇ ਦੀ ਸਫਾਈ ਕਰਕੇ ਬਾਹਰ ਨਿਕਲੀ ਤਾਂ ਇੰਦਰਜੀਤ ਲਾਲੀ ਦੇ ਕਮਰੇ ਵਿੱਚ ਜਾ ਵੜਿਆ। ਅੱਗੇ ਲਾਲੀ ਆਪਣੇ ਮੱਥੇ ਉੱਤੇ ਬਾਂਹ ਰੱਖ ਕੇ ਅਤੇ ਇੱਕ ਪੈਰ ਉੱਤੇ ਦੂਜਾ ਪੈਰ ਰੱਖ ਕੇ ਸਿੱਧਣ ਸਿੱਧੀ ਲੰਮੀ ਪਈ ਸੀ। ਇੰਦਰਜੀਤ ਨੇ ਜਾ ਕੇ ਲਾਲੀ ਦੇ ਪੈਰ ਫੜ ਲਏ ਅਤੇ ਉਹਨਾਂ ਉੱਤੇ ਆਪਣਾ ਸਿਰ ਰੱਖ ਕੇ ਜ਼ਾਰੋ ਜ਼ਾਰ ਰੋਣ ਲੱਗਾ। ਅਚਾਨਕ ਇੰਦਰਜੀਤ ਨੂੰ ਕਮਰੇ ਵਿੱਚ ਆਇਆ ਦੇਖ ਕੇ ਅਤੇ ਪੈਰ ਫੜ ਕੇ ਰੋਂਦਾ ਦੇਖ ਕੇ ਲਾਲੀ ਇੱਕਦਮ ਬੈਠੀ ਹੋ ਗਈ ਅਤੇ ਘਬਰਾ ਗਈ। ਉਸਨੇ ਆਪਣੇ ਪੈਰ ਇੱਕਦਮ ਪਿਛਾਂਹ ਨੂੰ ਖਿੱਚ ਲਏ ਅਤੇ ਪੁੱਛਿਆ, ਇੰਦਰਜੀਤ ਤੈਨੂੰ ਕੀ ਹੋਇਆ? ਤੂੰ ਐਂ ਕਿਉਂ ਰੋਈ ਜਾਂਦਾ ਹੈ? ਇੰਦਰਜੀਤ ਦਾ ਸਿਰ ਅਜੇ ਵੀ ਉੱਥੇ ਹੀ ਪਿਆ ਸੀ ਅਤੇ ਉਸਨੇ ਰੋਂਦੇ ਹੋਏ ਨੇ ਕਿਹਾ, ਭਾਬੀ ਜੀ ਹੁਣ ਤਾਂ ਦੱਸ ਦਿਓ ਕੀ ਗੱਲ ਹੈ। ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ ਪਰ ਮੈਂ ਤੁਹਾਡੇ ਮੂੰਹ ਸੁਣਨਾ ਚਾਹੁੰਦਾ। ਲਾਲੀ ਨੇ ਕਿਹਾ, ਤੈਨੂੰ ਕੀ ਗੱਲ ਦਾ ਪਤਾ ਲੱਗ ਗਿਆ? ਆ ਤੂੰ ਕੀ ਕਮਲ ਜਿਹਾ ਮਾਰੀ ਜਾਨਾ? ਇੰਦਰਜੀਤ ਨੇ ਕਿਹਾ, ਭਾਬੀ ਜੀ ਤੁਹਾਨੂੰ ਦੇਖ ਕੇ ਮੈਨੂੰ ਨੀਂਦ ਨਹੀਂ ਆਉਂਦੀ। 3 ਦਿਨ ਤੋਂ ਤਾਂ ਮੈਂ ਉੱਕਾ ਹੀ ਨਹੀਂ ਸੁੱਤਾ। ਭਾਬੀ ਜੀ ਲੋਹਾ ਜਿੰਨਾ ਮਰਜ਼ੀ ਪੱਕਾ ਹੋਵੇ ਪਰ ਜੇ ਉਹ ਵਾਰ-ਵਾਰ ਦੀਆਂ ਸੱਟਾਂ ਨਾਲ ਟੁੱਟੇਗਾ ਨਹੀਂ ਤਾਂ ਉਹ ਵਿੰਗਾ ਤੇ ਕਮਜ਼ੋਰ ਜ਼ਰੂਰ ਹੋ ਜਾਂਦਾ ਹੈ। ਪਰ ਭਾਬੀ ਜੀ ਤੁਸੀਂ ਲੋਹੇ ਨਾਲੋਂ ਵੀ ਕਰੜੀ ਕਿਹੜੀ ਮਿੱਟੀ ਦੇ ਬਣੇ ਹੋ ਜੋ ਟੁੱਟਣਾ ਤਾਂ ਦੂਰ ਦੀ ਗੱਲ ਹੈ, ਵਿੰਗਾ ਤੇ ਕਮਜ਼ੋਰ ਹੋਣ ਦਾ ਵੀ ਨਾਂ ਨਹੀਂ ਲੈਂਦੇ। ਭਾਬੀ ਜੀ ਮੈਂ ਰੋਜ਼ ਰਾਤ ਨੂੰ ਬਾਈ ਜੀ ਨੂੰ ਘਰੋਂ ਜਾਂਦਿਆਂ ਦੇਖਦਾ। ਰਾਤ ਮੈਂ ਉਹਨਾਂ ਦਾ ਪਿੱਛਾ ਵੀ ਕੀਤਾ ਸੀ ਅਤੇ ਅੱਜ ਦਿਨ ਚੜ੍ਹਦੇ ਦੇ ਨਾਲ ਜੰਗ ਦੇ ਘਰੇ ਜਾ ਕੇ ਉਹਨਾਂ ਦੀ ਕੁੜੀ ਨੂੰ ਵੀ ਦੇਖ ਆਇਆ। ਭਾਬੀ ਜੀ ਮੈਂ 3 ਦਿਨਾਂ ਤੋਂ ਇਹੀ ਕੰਮ ਵਿੱਚ ਲੱਗਿਆ ਹੋਇਆ ਪਰ ਹੁਣ ਤੁਸੀਂ ਮੈਨੂੰ ਪੂਰੀ ਗੱਲ ਦੱਸ ਦਿਓ ਪਲੀਜ਼। ਭਾਬੀ ਜੀ ਪਲੀਜ਼ ਤੁਸੀਂ ਐਂ ਚੁੱਪ ਨਾ ਬੈਠੋ। ਇੰਦਰਜੀਤ ਦੇ ਮੂੰਹੋਂ ਸਾਰੀ ਗੱਲ ਸੁਣ ਕੇ ਲਾਲੀ ਦਾ ਸਬਰ ਟੁੱਟ ਗਿਆ ਅਤੇ ਉਹ ਗੋਡਿਆਂ ਦੇ ਵਿੱਚ ਸਿਰ ਦੇ ਕੇ ਰੋਣ ਲੱਗੀ। ਲਾਲੀ ਨੂੰ ਰੋਂਦਿਆਂ ਦੇਖ ਕੇ ਇੰਦਰਜੀਤ ਉੱਠਿਆ ਅਤੇ ਲਾਲੀ ਦੇ ਕੋਲ ਜਾ ਕੇ ਬੈਠ ਗਿਆ ਤੇ ਕਹਿਣ ਲੱਗਾ, ਭਾਬੀ ਜੀ ਤੁਸੀਂ ਰੋਵੋ ਨਾ, ਸਾਰੀ ਗੱਲ ਖੋਲ ਕੇ ਦੱਸੋ। ਅੱਜ ਤੱਕ ਤੁਸੀਂ ਬਹੁਤ ਰੋ ਲਿਆ, ਹੁਣ ਤੁਹਾਡੇ ਰੋਣ ਦੇ ਦਿਨ ਖਤਮ ਸਮਝੋ। ਲਾਲੀ ਨੇ ਉਸੇ ਹਾਲਤ ਵਿੱਚ ਬੈਠੀ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੀ ਸਾਰੀ ਕਹਾਣੀ ਸੁਣਾ ਦਿੱਤੀ।
ਉਹ ਬੋਲਦੀ ਬੋਲਦੀ ਵਿੱਚ ਦੀ ਰੋਣ ਲੱਗ ਜਾਂਦੀ ਸੀ ਅਤੇ ਕਿੰਨਾ ਕਿੰਨਾ ਚਿਰ ਚੁੱਪ ਰਹਿੰਦੀ ਸੀ ਅਤੇ ਫਿਰ ਕਹਾਣੀ ਸੁਣਾਉਣ ਲੱਗ ਜਾਂਦੀ ਸੀ। ਸੋ ਦੋਸਤੋ, ਇਹ ਸੀ ਮੇਰੇ ਲਿਖੇ ਪੰਜਾਬੀ ਨਾਵਲ ਦਾ 26ਵਾਂ ਭਾਗ। ਸੋ ਇਸ ਤੋਂ ਅੱਗੇ ਆਪਾਂ 27ਵੇਂ ਭਾਗ ਦੇ ਵਿੱਚ ਇਸ ਤੋਂ ਅੱਗੇ ਦੀ ਕਹਾਣੀ ਮੇਰੇ ਲਿਖੇ ਪੰਜਾਬੀ ਨਾਵਲ ਐਨਾ ਨਾ ਰਵਾਇਆ ਕਰਦੀ ਸੁਣਾਂਗੇ। ਸਤਿ ਸ੍ਰੀ ਅਕਾਲ।